एडजैक्टिव यानी विशेषण ਜਿਹੜੇ ਕਿਸੇ ਨਾउन ਜਾਂ ਪ੍ਰੋਨਾउन ਦੀ ਬਾਰੇ ਕੁਝ ਦੱਸਦੇ ਆ, ਉਹਦੀ ਕੋਈ ਵਿਸ਼ੇਸ਼ਤਾ ਦੱਸਦੇ ਆ। ਹੁਣ ਇਹ 'ਚ ਫਸਟ ਐਕਸਰਸਾਈਜ਼ ਦਿੱਤੀ ਹੈ, ਉਹ ਕਹਿੰਦੇ ਆ ਕਿ ਆ ਪੂਰਾ ਪੈਰਾਗ੍ਰਾਫ ਹੈ, ਇਹਦੇ ਵਿੱਚ ਜਿਹੜੇ ਬਾਕਸ ਵਿੱਚ ਵਰਡਸ ਦਿੱਤੇ ਨੇ ਸਾਰੇ ਐਡਜੈਕਟਿਵ ਦਿੱਤੇ ਆ, ਵਿਸ਼ੇਸ਼ਣ, ਅਤੇ ਇਹਨਾਂ ਨੂੰ ਇਹਦੇ ਵਿੱਚ ਲਗਾਉਣਾ ਹੈ। ਅਤੇ ਇਹ ਸਟੋਰੀ ਹੈਗੀ ਫੌਕਸ ਐਂਡ ਦਾ ਗ੍ਰੇਪਸ, ਜਿਹੜੀ ਤੁਸੀਂ ਪਹਿਲਾਂ ਦੀਆਂ ਕਲਾਸਾਂ 'ਚ ਪੜ੍ਹੀ ਹੋਏਗੀ। ਉਸ ਅਕੋਰਡਿੰਗ ਇਹਦੇ ਵਿੱਚ ਫਿਲ ਅਪ ਕਰ ਦੇਣੇ ਆ। ਅਤੇ it was a warm day, ਨਿੱਘਾ ਦਿਨ ਸੀ। fox had just entered a garden among the many delightful things, ਠੀਕ ਹੈ, delightful things, ripe bunch, hungry, ਇਹਦੇ ਬਾਰੇ hungry ਦਿੱਤਾ ਹੋਇਆ ਜਿਹੜਾ ਇਹ ਕਿਹਦੇ ਬਾਰੇ ਕਹਿ ਰਹੇ ਨੇ, the very sight of it made the fox feel hungry, fox hungry ਹੋ ਰਿਹਾ ਸੀਗਾ। ਅਤੇ high for him, high ਕੀ ਸੀਗਾ, but they were too high for him, ਜਿਹੜੇ ਗ੍ਰੇਪਸ ਸੀਗੇ ਉਹ ਹਾਈ ਸੀਗੇ, ਗ੍ਰੇਪਸ ਦੀ ਗੱਲ ਹੋ ਰਹੀ ਆ, ਉਹ ਹਾਈ ਸੀ। ਅਤੇ ਕਿਸੇ ਨਾ ਕਿਸੇ ਚੀਜ਼ ਦੇ ਬਾਰੇ ਇਹ ਡਿਫਾਈਨ ਜ਼ਰੂਰ ਕਰਦੇ ਹੁੰਦੇ ਆ। ਆਫਟਰ ਅ ਲੌਂਗ ਟਾਈਮ, ਟਾਈਮ ਲੌਂਗ ਸੀਗਾ। ਗ੍ਰੇਪਸ ਵਰ ਸੌਰ, ਗ੍ਰੇਪਸ ਸੌਰ ਸੀਗੇ। ਹੁਣ ਗ੍ਰੇਪਸ ਨਾਊਨ ਹੈ ਇਹਦੇ ਵਿੱਚ, ਅਤੇ ਉਹਦੇ ਬਾਰੇ ਦੱਸਿਆ ਕਿ ਉਹ ਸੌਰ ਸੀਗੇ। ਸੈਕਿੰਡ ਐਕਸਰਸਾਈਜ਼ ਵਿੱਚ ਉਹਨਾਂ ਨੇ ਕਿਹਾ ਹੈ, ਗਿਵ ਦਾ ਕੰਪੈਰੇਟਿਵ ਐਂਡ ਸੁਪਰਲੇਟਿਵ ਡਿਗਰੀਜ਼ ਆਫ ਦਾ ਫੋਲੋਇੰਗ ਐਡਜੈਕਟਿਵ। ਕੰਪੈਰੇਟਿਵ ਕਿਹੜੀ ਹੁੰਦੀ ਹੈ, ਜਿਹੜੀ ਸੈਕਿੰਡ ਨੰਬਰ 'ਤੇ ਹੁੰਦੀ ਹੈ, ਅਤੇ ਸੁਪਰਲੇਟਿਵ ਜਿਹੜੀ ਥਰਡ ਡਿਗਰੀ ਹੈ। ਫਸਟ ਹੁੰਦੀ ਹੈ ਪੋਜ਼ੀਟਿਵ, ਅਤੇ ਇਹ ਇਸ ਬੁੱਕ ਦੇ ਵਿੱਚ 39 ਤੋਂ ਲੈ ਕੇ 42 ਪੇਜ ਤੱਕ ਸਾਰੀਆਂ ਡਿਗਰੀਜ਼ ਦਿੱਤੀਆਂ ਹੋਈਆਂ ਨੇ ਐਡਜੈਕਟਿਵ। ਹੈਪੀ, ਹੈਪੀ ਦਾ ਹੋਏਗਾ ਸੈਕਿੰਡ, ਹੈਪੀਅਰ, ਥਰਡ ਹੋਏਗਾ ਹੈਪੀਐਸਟ, ਠੀਕ ਹੈ। ਅਤੇ ਇਹ ਤੁਸੀਂ ਸਾਰੀਆਂ ਯਾਦ ਕਰ ਲੈਣੀਆਂ ਨੇ। ਅਤੇ ਪੋਜ਼ੀਟਿਵ ਫਸਟ ਵਾਲੀ ਹੁੰਦੀ ਹੈ ਪੋਜ਼ੀਟਿਵ, ਸੈਕਿੰਡ ਕੰਪੈਰੇਟਿਵ, ਅਤੇ ਥਰਡ ਸੁਪਰਲੇਟਿਵ। ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਜਦੋਂ ਵੀ ਫਿਲਅਪਸ ਭਰਨੇ ਆ, ਜਦੋਂ ਫਿਲਅਪਸ ਦੇ ਵਿੱਚ ਦੈਨ ਦਿੱਤਾ ਹੋਵੇ ਫਿਲਅਪ ਤੋਂ ਬਾਅਦ, ਠੀਕ ਹੈ, ਫਿਲਅਪ ਤੋਂ ਬਾਅਦ ਇੱਕਦਮ ਦੈਨ ਦਿੱਤਾ ਹੋਵੇ ਤਾਂ ਇਹਦਾ ਮਤਲਬ ਹੈ ਕਿ ਦੈਨ ਤੋਂ ਪਹਿਲਾਂ ਤੁਸੀਂ ਕੰਪੈਰੇਟਿਵ ਵਾਲੀ ਡਿਗਰੀ ਪਾਣੀ, ਮਤਲਬ ਸੈਕਿੰਡ ਵਾਲੀ। ਅਤੇ ਜਿਹੜਾ ਜੇ ਫਿਲਅਪ ਤੋਂ ਪਹਿਲਾਂ ਦ ਦਿੱਤਾ ਹੋਇਆ ਵਾ, ਫਿਲਅਪ ਤੋਂ ਪਹਿਲਾਂ ਜੇ ਦ ਲਿਖਿਆ ਤਾਂ ਤੁਸੀਂ ਸੁਪਰਲੇਟਿਵ ਡਿਗਰੀ ਪਾਣੀ, ਮਤਲਬ ਥਰਡ ਵਾਲੀ EST ਵਾਲੀ ਪਾਣੀ ਆ, ਠੀਕ ਹੈ। ਇਹ ਧਿਆਨ ਰੱਖ ਕੇ ਆਪਾਂ ਹੁਣ ਅਗਲੀਆਂ ਵਾਲੀਆਂ ਐਕਸਰਸਾਈਜ਼ਾਂ ਕਰਾਂਗੇ। ਇਹ ਸਾਰੇ ਤੁਸੀਂ ਲਿਖ ਲੈਣੇ ਆ, ਦੇਖ ਕੇ ਯਾਦ ਕਰ ਲੈਣੇ ਆ। ਹੁਣ ਅਗਲੀ ਐਕਸਰਸਾਈਜ਼ ਆ, ਫਿਲ ਇਨ ਦੀ ਬਲੈਂਕਸ ਵਿਦ ਦਾ ਕੰਪੈਰੇਟਿਵ ਔਰ ਸੁਪਰਲੇਟਿਵ ਡਿਗਰੀ। ਕਹਿੰਦੇ ਦੋ ਤਰ੍ਹਾਂ ਦੀ ਡਿਗਰੀਜ਼ ਇਹ 'ਚ ਲਗਾਓ, ਜਾਂ ਕੰਪੈਰੇਟਿਵ ਜਾਂ ਸੁਪਰਲੇਟਿਵ। ਇਹਨਾਂ ਦੋਨਾਂ ਵਿੱਚੋਂ ਕੋਈ ਲੱਗੇਗੀ। ਫਸਟ ਵਾਲਾ ਦੇਖਦੇ ਹਾਂ, ਦ ਤਾਜ ਇਜ਼ ਡੈਸ਼ ਦੈਨ ਐਨੀ ਅਦਰ ਬਿਲਡਿੰਗ। ਹੁਣ ਮੈਂ ਤੁਹਾਨੂੰ ਕਿਹਾ ਸੀ ਜੇ ਦੈਨ ਆਇਆ ਹੋਵੇ ਤਾਂ ਫਿਰ ਉਹ 'ਚ ਸੈਕਿੰਡ ਵਾਲੀ ਲੱਗੇਗੀ, ਅਤੇ ਸੈਕਿੰਡ ਵਾਲੀ ਆ ਬਿਊਟੀਫੁਲ। ਇਹਦੇ ਵਿੱਚ ਵਰਡ ਦਿੱਤਾ ਹੋਇਆ, ਪੋਜ਼ੀਟਿਵ ਡਿਗਰੀਆਂ ਸਾਰੀਆਂ ਦਿੱਤੀਆਂ ਹੋਈਆਂ ਬਰੈਕਟ ਦੇ ਵਿੱਚ, ਅਤੇ ਇਹਦੇ ਵਿੱਚ ਇਹਦੀ ਕੰਪੈਰੇਟਿਵ ਡਿਗਰੀ ਆਪਾਂ ਲਗਾਵਾਂਗੇ ਕਿਉਂਕਿ ਦੈਨ ਲਿਖਿਆ ਹੋਇਆ ਵਾ ਨਾ ਫਿਲਅਪ ਤੋਂ ਬਾਅਦ, ਇਹਦਾ ਮਤਲਬ ਕੰਪੈਰੇਟਿਵ ਵਾਲੀ ਮੋਰ ਬਿਊਟੀਫੁਲ ਲੱਗ ਗਈ। ਅੱਗੇ ਆ, ਦਿਸ ਇਜ਼ ਦ ਬੈਸਟ ਬੁੱਕ ਆਈ ਹੈਵ ਐਵਰ ਰੈਡ। ਗੁੱਡ, ਬੈਟਰ, ਬੈਸਟ। ਗੁੱਡ ਉਹਨਾਂ ਨੇ ਦਿੱਤਾ ਹੋਇਆ, ਇਹਦੀ ਸੈਕਿੰਡ ਹੁੰਦਾ ਬੈਟਰ, ਥਰਡ ਡਿਗਰੀ ਹੁੰਦੀ ਹੈ ਬੈਸਟ। ਅਤੇ ਇੱਥੇ ਆਪਾਂ ਬੈਸਟ ਕਿਉਂ ਲਗਾਇਆ, ਕਿਉਂਕਿ ਫਿਲਅਪ ਤੋਂ ਪਹਿਲਾਂ ਇੱਕਦਮ ਦ ਪਾਇਆ ਹੋਇਆ ਸੀਗਾ, ਦ ਤੋਂ ਬਾਅਦ ਬੈਸਟ। ਜਿਹੜੀ ਵੀ EST ਵਾਲੀ ਡਿਗਰੀ ਹੁੰਦੀ ਹੈ, ਸੁਪਰਲੇਟਿਵ ਡਿਗਰੀ, ਉਸ ਤੋਂ ਪਹਿਲਾਂ ਦ ਲਿਖਣਾ ਪੈਂਦਾ। ਦ ਕਲਾਈਮੇਟ ਆਫ ਸ਼ਿਮਲਾ ਇਜ਼ ਬੈਟਰ ਦੈਨ ਲਿਖਿਆ ਹੋਇਆ, ਇਸ ਲਈ ਆਪਾਂ ਇੱਥੇ ਬੈਟਰ ਲਗਾਤੀ। ਗੁੱਡ, ਬੈਟਰ, ਬੈਸਟ ਨਹੀਂ ਲਗਾਉਣਾ, ਥਰਡ ਵਾਲੀ। ਮੋਹਨ ਇਜ਼ ਦ ਟੋਲੈਸਟ, ਦ ਲੱਗ ਗਿਆ, ਇਸ ਲਈ EST ਵਾਲੀ ਡਿਗਰੀ ਲਗਾ ਦਿੱਤੀ। ਟਾਲ, ਟਾਲਰ, ਟੋਲੈਸਟ। ਹੋਲੀ, ਹੋਲੀਅਰ, ਹੋਲੀਐਸਟ ਹੁੰਦਾ, ਅਤੇ ਇਹਦੇ ਵਿੱਚ ਕਿਹੜੀ ਲੱਗੂਗੀ, ਹਰਿਦੁਆਰ ਇਜ਼ ਵਨ ਆਫ ਦ ਤੋਂ ਬਾਅਦ ਲੱਗ ਗਈ ਥਰਡ ਵਾਲੀ ਹੋਲੀਐਸਟ ਪਲੇਸਿਸ ਫॉर ਦ ਹਿੰਦੂਜ਼। ਰਾਮ ਇਜ਼, ਹੁਣ ਇੱਥੇ ਦੈਨ ਲੱਗਿਆ, ਦੈਨ ਤੋਂ ਪਹਿਲਾਂ ਸੈਕਿੰਡ ਵਾਲੀ, ਮੋਰ ਇੰਟੈਲੀਜੈਂਟ ਦੈਨ ਹਿਜ਼ ਸਿਸਟਰ। ਮੁੰਬਈ ਇਜ਼ ਲਾਰਜਰ ਦੈਨ, ਕੋਸਟਲੀਅਰ ਦੈਨ, ਮੋਰ ਸੈਂਸ ਦੈਨ, ਠੀਕ ਹੈ। ਮਚ, ਮੋਰ, ਮੋਸਟ ਵਾਲੀ ਆ ਗਈ ਨਾ, ਮਚ ਦੀ ਸੈਕਿੰਡ ਡਿਗਰੀ ਆ ਗਈ ਇੱਥੇ ਮੋਰ, ਅਤੇ ਦ ਤੋਂ ਬਾਅਦ ਆ ਗਈ ਇੱਥੇ ਬਿਗ ਦੀ ਥਰਡ ਵਾਲੀ ਬਿਗੈਸਟ। ਪੁੱਟ ਦ ਕਰੈਕਟ ਵਰਡ ਇਨ ਦ ਬਲੈਂਕ ਸਪੇਸਿਸ। ਕਰੈਕਟ ਵਰਡ ਪੁੱਟ ਕਰਨਾ ਵਾ। ਹੁਣ ਫਸਟ ਹੈਗਾ ਹੀ ਕੇਮ ਡੈਸ਼ ਦੈਨ ਸ਼ਾਮ। ਹੁਣ ਇਹਦੇ ਵਿੱਚ ਤੁਹਾਨੂੰ ਲੇਟਰ ਅਤੇ ਲੈਟਰ ਦਾ ਮਤਲਬ ਪਤਾ ਹੋਣਾ ਚਾਹੀਦਾ। ਲੇਟਰ ਹੁੰਦਾ ਬਾਅਦ ਵਿੱਚ, ਅਤੇ ਲੈਟਰ ਹੁੰਦਾ ਜਿਹੜਾ ਇਹ ਵਾਲਾ ਲੈਟਰ ਹੈ LATTER, ਇਹਦਾ ਮਤਲਬ ਹੁੰਦਾ ਹੈ ਬਾਅਦ ਵਾਲੇ, ਠੀਕ ਹੈ। ਲੇਟਰ ਹੁੰਦਾ ਬਾਅਦ ਵਿੱਚ ਆਉਣਾ। ਹੀ ਕੇਮ ਲੇਟਰ ਦੈਨ ਸ਼ਾਮ, ਫਸਟ ਵਾਲੇ 'ਚ ਆਏਗਾ ਲੇਟਰ, ਕਿ ਉਹ ਸ਼ਾਮ ਤੋਂ ਬਾਅਦ ਵਿੱਚ ਆਇਆ ਸੀ।
ਤੇ ਆ ਜਿਹੜਾ ਲੈਟਰ ਹੁੰਦਾ ਇਹ ਵਾਲਾ, ਜਿਵੇਂ ਆਪਾਂ ਟੀਵੀ 'ਚ ਵੀ ਕਾਫੀ ਵਾਰੀ ਸੁਣਿਆ, ਇਹਦਾ ਆਪੋਜ਼ਿਟ ਦੂਸਰਾ ਵਾਲਾ ਹੁੰਦਾ ਫਾਰਮਰ। ਜਿਵੇਂ ਆਪਾਂ ਸੁਣਿਆ ਹੋਇਆ ਨਾ ਫਾਰਮਰ ਪ੍ਰਾਈਮ ਮਿਨਿਸਟਰ, ਮਤਲਬ ਜਿਹੜੇ ਪਹਿਲਾਂ ਵਾਲੇ ਪ੍ਰਧਾਨ ਮੰਤਰੀ ਸੀ, ਤੇ ਉਸ ਹਿਸਾਬ ਨਾਲ ਲੈਟਰ ਹੋ ਗਿਆ ਬਾਅਦ ਵਾਲੇ। ਹੀ ਡੈਸ਼ ਟ੍ਰੇਨ, ਦ ਡੈਸ਼ ਟ੍ਰੇਨ ਲੀਵਸ ਦਾ ਸਟੇਸ਼ਨ ਐਟ 11 PM, ਲਾਸਟ ਟ੍ਰੇਨ। ਲੇਟਰ ਹੁੰਦਾ ਬਾਅਦ ਵਿੱਚ, ਤੇ ਉਹ ਇੱਥੇ ਫਿੱਟ ਨਹੀਂ ਹੋ ਰਿਹਾ, ਇਸ ਲਈ ਲਾਸਟ ਮਤਲਬ ਪਿਛਲੀ ਜਿਹੜੀ ਟ੍ਰੇਨ ਗਈ ਹੈ ਉਹ 11 ਵਜੇ ਗਈ ਹੈ। ਵਟ ਇज़ ਦ ਡੈਸ਼ ਨਿਊਜ਼, ਵਟ ਇज़ ਦ ਲੇਟੈਸਟ, ਲੇਟੈਸਟ ਮਤਲਬ ਇੱਕਦਮ ਨਵੀਂ ਜਿਹੜੀ ਤਾਜ਼ੀ ਹੈ, ਨਵੀਂ ਤਾਜ਼ੀ ਨਿਊਜ਼ ਕਿਹੜੀ ਆ। ਨੰਬਰ 4, ਆਈ ਮੈਟ ਸ਼ੀਲਾ ਐਂਡ ਰੀਟਾ ਯੈਸਟਰਡੇ, ਮੈਂ ਕੱਲ੍ਹ ਸ਼ੀਲਾ ਅਤੇ ਰੀਟਾ ਨੂੰ ਮਿਲੀ। ਦ ਫਾਰਮਰ, ਫਾਰਮਰ ਆ ਗਿਆ ਹੁਣ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ। ਪ੍ਰੋਮਿਸਡ ਟੂ ਕਮ ਟੂ ਦ ਪਾਰਟੀ, ਜਿਹੜੀ ਪਹਿਲਾਂ ਵਾਲੀ ਹੈ ਮਤਲਬ ਜਿਹਦਾ ਨਾਮ ਪਹਿਲਾਂ ਲਿਆ ਸ਼ੀਲਾ, ਪ੍ਰੋਮਿਸਡ ਟੂ ਕਮ ਟੂ ਦ ਪਾਰਟੀ ਬਟ ਦ ਲੈਟਰ, ਹੁਣ ਜਿਹੜੀ ਬਾਅਦ ਵਾਲੀ ਹੈ ਦੂਸਰੀ ਵਾਲੀ ਜਿਹਦਾ ਨਾਮ ਬਾਅਦ ਵਿੱਚ ਲਿਆ ਗਿਆ ਉਹ ਲੈਟਰ ਆ। ਲੈਟਰ ਗੇਵ ਆ ਫਲੈਟ ਰਿਫਿਊਜ਼ਲ, ਦੂਸਰੀ ਵਾਲੀ ਨੇ ਸਾਫ਼ ਮਨਾ ਕਰਤਾ। ਠੀਕ ਹੈ, ਨੈਕਸਟ ਵਾਲੀ ਅਗਲੀ ਵਾਲੀ ਨੇ ਸਾਫ਼ ਮਨਾ ਕਰਤਾ। ਇਹ ਸੀਗਾ ਫਾਰਮਰ ਤੇ ਲੈਟਰ ਦਾ ਡਿਫਰੈਂਸ। ਰਾਮ ਇਜ਼ ਡੈਸ਼ ਦੈਨ ਹਰੀ, ਰਾਮ ਹਰੀ ਤੋਂ ਜ਼ਿਆਦਾ ਵੱਡਾ ਹੈ, ਤੇ ਆਪਾਂ ਲਗਾਵਾਂਗੇ ਓਲਡਰ ਦੈਨ ਹਰੀ, ਉਮਰ ਦੇ ਵਿੱਚ ਵੱਡਾ ਦੱਸਣਾ ਨਾ, ਇਸ ਲਈ ਓਲਡਰ ਲਗਾ ਦਾਂਗੇ ਆਪਾਂ। ਹੀ ਇਜ਼ ਦ ਡੈਸ਼ ਮੈਂਬਰ ਆਫ ਦ ਫੈਮਿਲੀ, ਇੱਥੇ ਆਏਗਾ ਐਲਡੈਸਟ, ਕਿਉਂਕਿ ਜਦੋਂ ਆਪਾਂ ਕੰਪੈਰੀਜ਼ਨ ਦੱਸਣਾ ਹੋਵੇ ਨਾ ਵੀ 2-3 ਜਣਿਆਂ ਦੇ ਵਿੱਚੋਂ ਉਮਰ ਦੇ ਬਾਰੇ ਦੱਸਣਾ ਹੋਵੇ, ਉਦੋਂ ਆਪਾਂ ਓਲਡੈਸਟ ਲਗਾਵਾਂਗੇ, ਓਲਡ ਵਾਲਾ ਵਰਡ ਯੂਜ਼ ਕਰਾਂਗੇ। ਜੇ ਆਪਾਂ ਵੈਸੇ ਹੀ ਦੱਸ ਰਹੇ ਹਾਂ ਵੀ ਫੈਮਿਲੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਉਹੀ ਆ, ਵੈਸੇ ਹੀ ਦੱਸ ਰਹੇ ਹਾਂ, ਇੱਕ ਬੰਦੇ ਦੇ ਬਾਰੇ ਹੀ ਦੱਸ ਰਹੇ ਹਾਂ, ਤੇ ਉਦੋਂ ਆਪਾਂ ਐਲਡੈਸਟ ਲਗਾਵਾਂਗੇ। ਦ ਡੈਸ਼ ਬ੍ਰਦਰ ਕੰਟਰੋਲਸ ਦਾ ਇੰਟਾਇਰ ਬਿਜ਼ਨਸ, ਹੁਣ ਇਹਦੇ ਵਿੱਚ ਵੀ ਕੰਪੈਰੀਜ਼ਨ ਨਹੀਂ ਹੈ, ਸਿਰਫ ਇੱਕ ਬ੍ਰਦਰ ਦੀ ਗੱਲ ਹੋ ਰਹੀ ਹੈ ਕਿ ਸਭ ਤੋਂ ਵੱਡਾ ਵਾਲਾ ਜਿਹੜਾ ਭਰਾ ਹੈ ਉਹੀ ਸਾਰਾ ਬਿਜ਼ਨਸ ਸੰਭਾਲਦਾ, ਇਸ ਲਈ ਆਪਾਂ ਇੱਥੇ ਵੀ ਐਲਡਰ ਵਰਡ ਯੂਜ਼ ਕੀਤਾ, ਐਲਡਰ ਬ੍ਰਦਰ ਹੀ ਲਗਾਇਆ ਹੈ, ਓਲਡਰ ਨਹੀਂ ਲਗਾਇਆ। ਠੀਕ ਹੈ, ਉਸ ਤੋਂ ਬਾਅਦ ਦਿੱਲੀ ਇਜ਼ ਡੈਸ਼ ਫਰੋਮ ਲੁਧਿਆਣਾ ਦੈਨ ਅੰਬਾਲਾ, ਇੱਥੇ ਹੁਣ ਦੋ ਵਰਡ ਨੇ, ਇੱਕ ਫਰਦਰ ਇੱਕ ਫਾਰਦਰ। ਫਾਰ ਦਾ ਮਤਲਬ ਹੁੰਦਾ ਦੂਰ, ਠੀਕ ਹੈ, ਤੇ ਫਰਦਰ ਮਤਲਬ ਅਗਲੇ ਟਾਈਮ 'ਤੇ, ਨੈਕਸਟ ਟਾਈਮ ਤੋਂ। ਫਰਦਰ ਦਾ ਮਤਲਬ ਨੈਕਸਟ ਟਾਈਮ ਤੋਂ, ਫਾਰਦਰ ਦਾ ਮਤਲਬ ਕਿ ਦੂਰ, ਜ਼ਿਆਦਾ ਦੂਰ। ਦਿੱਲੀ ਇਜ਼ ਫਾਰਦਰ ਫਰੋਮ ਲੁਧਿਆਣਾ ਦੈਨ ਅੰਬਾਲਾ, ਦਿੱਲੀ ਜਿਹੜਾ ਹੈਗਾ ਲੁਧਿਆਣਾ ਤੋਂ ਜ਼ਿਆਦਾ ਫਾਰਦਰ ਹੈ, ਜਦਕਿ ਅੰਬਾਲਾ ਤੋਂ ਇੰਨਾ ਨਹੀਂ ਹੈ। 9th, you are not going to get any dash help from us, you are not going to get any further help, further ਮਤਲਬ ਅੱਗੇ ਤੋਂ ਤੁਹਾਡੀ ਹੈਲਪ ਨਹੀਂ ਕੀਤੀ ਜਾਊਗੀ। ਇੱਥੇ ਫਾਰਦਰ ਨਹੀਂ ਯੂਜ਼ ਕਰ ਸਕਦੇ ਕਿਉਂਕਿ ਫਾਰ ਦਾ ਮਤਲਬ ਹੁੰਦਾ ਹੈ ਦੂਰੀ। ਠੀਕ ਹੈ, ਇੱਥੇ ਫਾਰਦਰ ਯੂਜ਼ ਨਹੀਂ ਕਰਨਾ। ਹਿਸਟਰੀ ਇਜ਼ ਡੈਸ਼ ਡਿਫਿਕਲਟ ਦੈਨ ਮੈਥਮੈਟਿਕਸ, ਹੁਣ ਹਿਸਟਰੀ ਮੈਥ ਤੋਂ ਘੱਟ ਡਿਫਿਕਲਟ, ਅਤੇ ਘੱਟ ਦੇ ਲਈ ਆਪਾਂ ਲੈਸ ਯੂਜ਼ ਕਰਦੇ ਹੁੰਦੇ ਹਾਂ, ਘੱਟ। ਫਿਊਅਰ ਦਾ ਮਤਲਬ ਹੁੰਦਾ ਕੁਛ, ਥੋੜ੍ਹੀਆਂ, ਇਸ ਲਈ ਇੱਥੇ ਥੋੜ੍ਹਾ ਵਰਡ ਯੂਜ਼ ਨਹੀਂ ਹੋਏਗਾ, ਘੱਟ ਵਰਡ ਯੂਜ਼ ਹੋਏਗਾ। ਡੈਸ਼ ਬॉयਜ਼ ਅਟੈਂਡਡ ਦਾ ਮੀਟਿੰਗ ਦਿਸ ਟਾਈਮ, ਇੱਥੇ ਹੁਣ ਪੋਜ਼ੀਟਿਵ ਗੱਲ ਹੋ ਰਹੀ ਹੈ ਕਿ ਇਸ ਵਾਰੀ ਜਿਹੜਾ ਹੈ ਕੁਛ ਬੱਚਿਆਂ ਨੇ ਮੀਟਿੰਗ ਅਟੈਂਡ ਕੀਤੀ ਹੈ, ਕੁਛ ਬੱਚਿਆਂ ਨੇ ਅਟੈਂਡ ਕੀਤੀ ਹੈ ਤਾਂ ਫਿਊਅਰ ਆ ਗਿਆ। ਠੀਕ ਹੈ, ਹੁਣ ਫਿਊਅਰ ਦੇ ਵਿੱਚ ER ਵੀ ਲੱਗਿਆ ਹੋਇਆ ਵਾ, ਅਤੇ ਇੱਥੇ ER ਵੀ ਆਪਾਂ ਇਸ ਹਿਸਾਬ ਨਾਲ ਵੀ ਦੇਖਾਂਗੇ ਕਿ ਦਿਸ ਟਾਈਮ ਦੀ ਗੱਲ ਕੀਤੀ ਗਈ ਹੈ ਕਿ ਇਸ ਵਾਰੀ ਮੀਟਿੰਗ ਅਟੈਂਡ ਕੀਤੀ, ਯਾਨੀ ਪਿਛਲੀ ਵਾਰੀ ਨਹੀਂ ਕੀਤੀ ਸੀਗੀ, ਇਸ ਵਾਰੀ ਕੀਤੀ ਹੈ। ਹੁਣ ਇੱਥੇ ਵੀ ਕੰਪੈਰੀਜ਼ਨ ਹੋ ਰਿਹਾ, ਇਸ ਲਈ ਆਪਾਂ ER ਵਾਲਾ ਜਿਹੜਾ ਵਰਡ ਆ ਉਹ ਯੂਜ਼ ਕੀਤਾ, ਫਿਊਅਰ ਵਾਲਾ। 12th ਹੈਗਾ ਦੀਜ਼ ਚੇਅਰਸ ਕੋਸਟ 60 ਰੁਪੀਜ਼ ਈਚ, ਇਹ ਵਾਲੀਆਂ ਜਿਹੜੀਆਂ ਚੇਅਰਸ ਨੇ ਇਹਨਾਂ ਵਿੱਚੋਂ ਹਰੇਕ ਚੇਅਰ, ਈਚ ਚੇਅਰ ਦੀ ਜਿਹੜੀ ਕੀਮਤ ਹੈ 60 ਰੁਪੀਜ਼ ਹੈ। ਠੀਕ ਹੈ, ਹੁਣ ਚੇਅਰ ਦੇ ਬਾਰੇ ਦੱਸ ਰਿਹਾ ਕਿ ਹਰੇਕ ਚੇਅਰ ਦੀ ਗੱਲ ਕੀਤੀ ਜਾ ਰਹੀ ਹੈ, ਚੇਅਰ ਇੱਕ ਨਾਊਨ ਹੈ ਇਸ ਲਈ ਇੱਥੇ ਈਚ ਲੱਗ ਗਿਆ। ਐਵਰੀ ਮੈਨ ਲਵਸ ਹਿਮ, ਹਰੇਕ ਬੰਦਾ ਉਸ ਨੂੰ ਪਿਆਰ ਕਰਦਾ ਹੈ, ਇੱਥੇ ਈਚ ਨਹੀਂ ਲਗਾਉਣਾ ਕਿਉਂਕਿ ਈਚ ਕਾਊਂਟੇਬਲ ਵੀ ਹੁੰਦਾ ਵਾ। ਠੀਕ ਹੈ, ਇੱਥੇ ਕਾਊਂਟੇਬਲ ਦੀ ਗੱਲ ਨਹੀਂ ਹੋ ਰਹੀ ਹੈ, ਜਨਰਲ ਦੀ ਗੱਲ ਹੋ ਰਹੀ ਹੈ ਕਿ ਹਰੇਕ ਬੰਦਾ ਹੀ ਉਹਨੂੰ, ਹਰ ਕੋਈ ਪਿਆਰ ਕਰਦਾ ਹੈ। ਹਿਜ਼ ਡੇਜ਼ ਆਰ ਨੰਬਰਡ, ਹੀ ਹੈਜ਼ ਲਿਟਲ ਹੋਪ ਟੂ ਸਰਵਾਈਵ, ਉਹਦੇ ਦਿਨ ਥੋੜ੍ਹੇ ਹੀ ਰਹਿ ਗਏ ਨੇ, ਬਹੁਤ ਘੱਟ ਉਮੀਦ ਹੈ ਉਹਦੇ ਸਰਵਾਈਵ ਕਰਨ ਦੀ। ਠੀਕ ਹੈ, ਲਿਟਲ, ਕੱਲਾ ਲਿਟਲ ਇੱਥੇ ਲੱਗੂਗਾ ਕਿਉਂਕਿ ਨੈਗੇਟਿਵ 'ਚ ਜਾ ਰਿਹਾ ਨਾ ਸੈਂਟੈਂਸ, ਇਸ ਲਈ ਇਹ ਨੈਗੇਟਿਵ ਦੇ ਨਾਲ ਲੱਗਦਾ ਹੁੰਦਾ ਕਿ ਘੱਟ ਉਮੀਦ ਬਚੀ ਹੈ, ਉਹਦੇ ਬਚਣ ਦੀ ਉਮੀਦ ਨਹੀਂ ਹੈਗੀ, ਇਸ ਲਈ
ਇੱਥੇ ਕੱਲਾ ਲਿਟਲ ਲੱਗੇਗਾ। ਜੇ ਬਚਣ ਦੀ ਉਮੀਦ ਹੁੰਦੀ ਫਿਰ ਅ ਲਿਟਲ ਲੱਗਣਾ ਸੀਗਾ। ਨੈਕਸਟ ਆ ਡੈਸ਼ ਐਫਰਟ ਔਨ ਯੂਅਰ ਪਾਰਟ, ਵੀ ਜੇ ਤੂੰ ਥੋੜ੍ਹਾ ਜਿਹਾ ਐਫਰਟ ਕਰ ਦੇ ਵਿਲ ਹੈਲਪ ਮੀ ਅ ਲੋਟ, ਜੇ ਤੂੰ ਥੋੜ੍ਹੀ ਜਿਹੀ ਕੋਸ਼ਿਸ਼ ਕਰਦੇ ਤਾਂ ਮੇਰੀ ਬਹੁਤ ਹੈਲਪ ਹੋ ਜਾਏਗੀ। ਇੱਥੇ ਆਪਾਂ ਲਗਾਵਾਂਗੇ ਅ ਲਿਟਲ ਐਫਰਟ ਔਨ ਯੂਅਰ ਪਾਰਟ ਵਿਲ ਹੈਲਪ ਮੀ ਅ ਲੋਟ। ਅਤੇ ਇਹਦੇ ਵਿੱਚ ਇੱਕ ਪੋਜ਼ੀਟਿਵ ਗੱਲ ਕੀਤੀ ਜਾ ਰਹੀ ਹੈ, ਇਸ ਲਈ ਆਪਾਂ ਅ ਲਿਟਲ ਲਗਾਤਾ। ਯੂ ਸ਼ੁੱਡ ਨਾਟ ਹੈਜ਼ੀਟੇਟ ਫਰੋਮ ਡੂਇੰਗ ਡੈਸ਼ ਯੂ ਕੈਨ, ਇੱਥੇ ਆਏਗਾ ਦ ਲਿਟਲ। ਦ ਜਿਹੜੀ ਚੀਜ਼ ਨਾਲ ਲੱਗਦਾ ਉਹਨੂੰ ਖਾਸ ਬਣਾ ਦਿੰਦਾ, ਅਤੇ ਇੱਥੇ ਖਾਸ ਲਿਟਲ ਕਿਉਂ ਕਿਹਾ ਗਿਆ ਹੈ, ਇਸ ਲਾਈਨ ਦਾ ਮਤਲਬ ਦੇਖੋ ਕੀ ਬਣ ਰਿਹਾ, ਜਿਹੜਾ ਥੋੜ੍ਹਾ ਜਿਹਾ ਕੰਮ ਤੂੰ ਕਰ ਸਕਦਾ ਹੈ ਉਹਨੂੰ ਕਰਨ ਲਈ ਤੈਨੂੰ ਹੈਜ਼ੀਟੇਟ ਨਹੀਂ ਕਰਨਾ ਚਾਹੀਦਾ। ਠੀਕ ਹੈ, ਜਿਹੜਾ ਥੋੜ੍ਹਾ ਜਿਹਾ ਕੰਮ ਤੂੰ ਕਰਨਾ ਉਹ ਕਰ ਦੇ, ਇਸ ਲਈ ਇੱਥੇ ਦ ਲਿਟਲ ਲਗਾਇਆ ਹੈ। ਮੋਹਨ ਗੇਵ ਮੀ ਡੈਸ਼ ਮਿਲਕ, ਮੋਹਨ ਨੇ ਮੈਨੂੰ ਥੋੜ੍ਹਾ ਜਿਹਾ ਦੁੱਧ ਦਿੱਤਾ। ਅਤੇ ਐਨੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਜਦੋਂ ਨੈਗੇਟਿਵ ਹੁੰਦਾ ਉਦੋਂ ਲਗਾਉਣਾ। ਇੱਥੇ ਹੁਣ ਕੋਈ ਵਰਡ ਨਹੀਂ ਹੈ ਇਹੋ ਜਿਹਾ ਜਿਹੜਾ ਨੈਗੇਟਿਵ ਹੋਵੇ, ਇਸ ਲਈ ਆਪਾਂ ਸਮ ਯੂਜ਼ ਕਰ ਲਿਆ। ਠੀਕ ਹੈ, ਨੈਕਸਟ ਹੈ ਹੀ ਡਿਡ ਨੋਟ ਹੈਵ ਡੈਸ਼ ਮਿਲਕ, ਹੁਣ ਇੱਥੇ ਨੋਟ ਆ ਗਿਆ, ਇੱਥੇ ਆਪਾਂ ਐਨੀ ਲਗਾ ਦਾਂਗੇ। ਦੇਅਰ ਆਰ ਡੈਸ਼ ਸਕੂਲਸ ਇਨ ਦਿਸ ਸਿਟੀ, ਹੁਣ ਇੱਥੇ ਲਗਾਵਾਂਗੇ ਮੈਨੀ, ਕਿਉਂਕਿ ਮੈਨੀ ਹੁੰਦਾ ਹੈ ਕਾਊਂਟੇਬਲ ਦੇ ਲਈ ਯੂਜ਼ ਕੀਤਾ ਜਾਂਦਾ, ਜਿਹਨੂੰ ਆਪਾਂ ਗਿਣ ਸਕਦੇ ਹਾਂ, ਅਤੇ ਸਕੂਲਸ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ ਵੀ ਕਿੰਨੇ ਕੁ ਸਕੂਲ ਹੈਗੇ ਇਸ ਸਿਟੀ ਦੇ ਵਿੱਚ। ਨੈਕਸਟ ਹੈ ਦ ਰਿਚ ਸ਼ੁੱਡ ਹੈਲਪ ਦ ਪੂਅਰ, ਜਿਹੜੇ ਅਮੀਰ ਨੇ ਉਹਨਾਂ ਨੂੰ ਗਰੀਬਾਂ ਦੀ ਹੈਲਪ ਕਰਨੀ ਚਾਹੀਦੀ ਹੈ, ਅਤੇ ਉਹਦੇ ਨਾਲ ਆਪਾਂ ਦ ਲਗਾ ਕੇ ਹੀ ਗੱਲ ਕਰਦੇ ਹੁੰਦੇ ਹਾਂ। ਦ ਰਿਚ ਮਤਲਬ ਸਾਰੇ ਅਮੀਰ ਲੋਕ, ਦ ਪੂਅਰ ਮਤਲਬ ਸਾਰੇ ਗਰੀਬ ਲੋਕ। ਹੀ ਗੇਵ ਮੀ ਡੈਸ਼ ਹੈਲਪ, ਹੀ ਗੇਵ ਮੀ ਮਚ ਹੈਲਪ, ਹੁਣ ਇੱਥੇ ਮੈਨੀ ਨਹੀਂ ਲਗਾਇਆ ਕਿਉਂਕਿ ਮੈਨੀ ਕਾਊਂਟੇਬਲ ਹੁੰਦਾ ਵਾ, ਅਤੇ ਹੈਲਪ ਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ। ਠੀਕ ਹੈ, ਹੈਲਪ ਤੋਂ ਪਹਿਲਾਂ ਆਪਾਂ ਮਚ ਲਗਾਵਾਂਗੇ। ਡੈਸ਼ ਮੈਨ ਗੋਜ਼ ਟੂ ਸੀ ਦ ਤਾਜ, ਤਾਜ ਮਹਿਲ ਦੇਖਣ ਲਈ ਕਾਫੀ ਬੰਦੇ ਜਾਂਦੇ ਨੇ। ਠੀਕ ਹੈ, ਇਸ ਲਈ ਇੱਥੇ ਹੁਣ ਮੈਨੀ ਨਹੀਂ ਲਗਾਇਆ ਕਿਉਂਕਿ ਆਪਾਂ ਕਾਊਂਟ ਨਹੀਂ ਕਰ ਸਕਦੇ ਵੀ ਕਿੰਨੇ ਬੰਦੇ ਜਾ ਰਹੇ ਨੇ ਤਾਜ ਨੂੰ ਦੇਖਣ ਲਈ, ਤਾਜ ਮਹਿਲ ਦੇਖਣ ਲਈ। ਆਪਾਂ ਉੱਥੇ ਜਾ ਕੇ ਬੈਠ ਕੇ ਕਾਊਂਟ ਥੋੜ੍ਹੀ ਕਰਨ ਲੱਗਦਾ ਵੀ 1 ਗਿਆ, 2 ਗਏ, 3 ਗਏ। ਮੈਨੀ ਅ ਮੈਨ ਲਿਖਾਂਗੇ ਆਪਾਂ, ਮੈਨੀ ਅ ਮੈਨ ਗੋਜ਼ ਟੂ ਸੀ ਦ ਤਾਜ, ਵੀ ਕਾਫੀ ਬੰਦਾ ਜਾਂਦਾ ਤਾਜ ਦੇਖਣ ਲਈ, ਉਦੋਂ ਆਪਾਂ ਮੈਨੀ ਦੇ ਨਾਲ ਅ ਲਗਾਵਾਂਗੇ। ਹੀ ਵਾਜ਼ ਦ ਡੈਸ਼ ਟੂ ਰੀਚ ਦ ਥੀਏਟਰ, ਥੀਏਟਰ ਵਿੱਚ ਪਹੁੰਚਣ ਵਾਲਾ ਉਹ ਕਿਹੜਾ ਸੀ, ਫਸਟ ਸੀਗਾ, ਪਹਿਲਾ ਬੰਦਾ ਸੀ ਥੀਏਟਰ 'ਚ ਸਭ ਤੋਂ ਪਹਿਲਾਂ ਜਾ ਕੇ ਜਿਹੜਾ ਪਹੁੰਚ ਗਿਆ। ਫੋਰਮੋਸਟ ਹੁੰਦਾ ਸਭ ਤੋਂ ਅੱਗੇ ਵਾਲਾ। ਠੀਕ ਹੈ, ਇਸ ਲਈ ਆਪਾਂ ਪਹਿਲਾ ਬੰਦਾ ਕਹਿਣਾ ਤਾਂ ਫਸਟ ਯੂਜ਼ ਕਰਾਂਗੇ। ਨੈਕਸਟ ਆ ਗਾਂਧੀ ਜੀ ਵਾਜ਼ ਆਏਗਾ, ਇੱਥੇ ਗਲਤ ਲਿਖਿਆ ਹੋਇਆ ਸੀ, ਗਾਂਧੀ ਜੀ ਵਾਜ਼ ਦ ਡੈਸ਼ ਮੈਨ ਆਫ ਹਿਜ਼ ਟਾਈਮ, ਆਪਣੇ ਟਾਈਮ ਦੇ। ਹੁਣ ਇੱਥੇ ਮੋਸਟ ਪੋਪੂਲਰ ਅਤੇ ਮੋਰ ਪੋਪੂਲਰ ਹੈ, ਮੋਰ ਅਤੇ ਮੋਸਟ ਵਿੱਚੋਂ ਆਪਾਂ ਮੋਸਟ ਪੋਪੂਲਰ ਲਗਾਵਾਂਗੇ ਕਿਉਂਕਿ ਇੱਥੇ ਦ ਦਿੱਤਾ ਹੋਇਆ। ਦ ਤੋਂ ਬਾਅਦ ਮਚ ਮੋਰ ਮੋਸਟ, ਯਾਨੀ ਮੋਸਟ ਵਾਲਾ ਵਰਡ ਆਊਗਾ। ਮੋਸਟ ਪੋਪੂਲਰ ਮੈਨ ਆਫ ਹਿਜ਼ ਟਾਈਮ। ਆਈ ਹੈਵ ਡੈਸ਼ ਫਰੈਂਡਸ ਹੇਅਰ ਬਿਕੋਜ਼ ਆਈ ਐਮ ਅ ਕੰਪਲੀਟ ਸਟ੍ਰੇਂਜਰ ਇਨ ਦਿਸ ਟਾਊਨ, ਇਸ ਟਾਊਨ ਦੇ ਵਿੱਚ, ਸ਼ਹਿਰ ਦੇ ਵਿੱਚ ਮੈਂ ਪੂਰੀ ਤਰ੍ਹਾਂ ਅਜਨਬੀ ਹਾਂ, ਇਸ ਲਈ ਮੇਰੇ ਕੁਝ ਫਰੈਂਡ ਹੀ ਹਨ। ਇੱਥੇ ਫਿਊ ਹੈ ਅਤੇ ਦ ਫਿਊ ਹੈ, ਅਤੇ ਕੁਝ ਫਰੈਂਡ ਲਿਖਣਾ ਅਸੀਂ ਲਿਖਾਂਗੇ ਮੇਰੇ ਕੁਝ ਫਰੈਂਡ ਹਨ, ਫਿਊ ਫਰੈਂਡਸ। ਠੀਕ ਹੈ, ਇੱਥੇ ਆਏਗਾ ਫਿਊ। ਹੀ ਹੈਜ਼ ਰੈਡ ਡੈਸ਼ ਬੁੱਕਸ, ਉਹਨੇ ਕੁਝ ਕਿਤਾਬਾਂ ਪੜ੍ਹੀਆਂ ਹਨ, ਥੋੜ੍ਹੀਆਂ ਜਿਹੀਆਂ ਪੜ੍ਹੀਆਂ ਹਨ। ਹੀ ਹੈਜ਼ ਰੈਡ ਅ ਫਿਊ ਬੁੱਕਸ। ਠੀਕ ਹੈ, ਥੋੜ੍ਹੀਆਂ ਜਿਹੀਆਂ ਕਿਤਾਬਾਂ ਪੜ੍ਹੀਆਂ ਹਨ, ਅ ਫਿਊ ਲਿਖ ਦਿੱਤਾ ਆਪਾਂ। ਹੀ ਹੈਜ਼ ਰੈਡ ਡੈਸ਼ ਬੁੱਕਸ ਹੀ ਹੈਜ਼, ਹੁਣ ਇੱਥੇ ਆਊਗਾ ਦ ਫਿਊ, ਮਤਲਬ ਉਹਦੇ ਕੋਲ ਆਲਰੇਡੀ ਕੁਝ ਬੁੱਕਸ ਪਈਆਂ ਹੋਈਆਂ ਨੇ ਅਤੇ ਉਹਨਾਂ ਖਾਸ ਕਿਤਾਬਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਹੀ ਹੈਜ਼ ਰੈਡ, ਉਹਨੇ ਪੜ੍ਹ ਲਈਆਂ ਨੇ ਦ ਫਿਊ ਬੁੱਕਸ ਹੀ ਹੈਜ਼। ਠੀਕ ਹੈ, ਇੱਥੋਂ ਪਤਾ ਚੱਲਿਆ ਕਿ ਆਪਾਂ ਦ ਫਿਊ ਲਗਾਉਣਾ, ਜਿਹੜੀਆਂ ਉਹਦੇ ਕੋਲ ਆਲਰੇਡੀ ਹੈਜ਼ ਹੈ, ਉਹਦੇ ਕੋਲ ਹੈ, ਉਹ ਉਹਨੇ ਪੜ੍ਹ ਲਈਆਂ। ਰਮੇਸ਼ ਇਜ਼ ਜੂਨੀਅਰ ਟੂ, ਹੁਣ ਇਹ ਹੈਗੀ ਆ ਪ੍ਰੈਪੋਜੀਸ਼ਨ, ਐਡਜੈਕਟਿਵ ਨਹੀਂ ਆ, ਪਰ ਆਪਾਂ ਕਰ ਲੈਂਦੇ ਹਾਂ, ਕੋਈ ਗੱਲ ਨਹੀਂ। ਜੂਨੀਅਰ ਤੋਂ ਬਾਅਦ ਟੂ ਲੱਗਦਾ, ਸੀਨੀਅਰ ਤੋਂ ਬਾਅਦ ਟੂ ਲੱਗਦਾ ਵਾ, ਪ੍ਰੈਫਰੇਬਲ ਤੋਂ ਬਾਅਦ ਟੂ ਲੱਗਦਾ ਹੈ। ਤੁਹਾਨੂੰ ਇਹ ਪ੍ਰੈਪੋਜੀਸ਼ਨਸ ਯਾਦ ਰੱਖਣੀਆਂ ਪੈਂਦੀਆਂ ਨੇ, ਜੂਨੀਅਰ ਟੂ, ਸੀਨੀਅਰ ਟੂ, ਪ੍ਰੈਫਰੇਬਲ ਟੂ। ਅੱਗੇ ਹੈ ਰਿਸਪੈਕਟ ਯੂਅਰ ਐਲਡਰਸ, ਇਹ ਤੁਸੀਂ ਕਾਫੀ ਵਾਰੀ ਸੈਂਟੈਂਸ ਸੁਣਿਆ ਹੋਣਾ, ਤੁਹਾਨੂੰ ਯਾਦ ਹੀ ਹੋ ਗਿਆ ਹੋਣਾ ਵੈਸੇ ਹੀ। ਰਿਸਪੈਕਟ ਯੂਅਰ ਐਲਡਰਸ ਹੁੰਦਾ, ਰਿਸਪੈਕਟ ਯੂਅਰ ਓਲਡਰਸ ਨਹੀਂ ਹੁੰਦਾ। ਕਰੈਕਟ ਦ ਫੋਲੋਇੰਗ ਸੈਂਟੈਂਸਿਸ, ਹੁਣ ਇੱਥੇ ਸੈਂਟੈਂਸਿਸ ਗਲਤ ਦਿੱਤੇ ਹੋਏ ਨੇ, ਉਹਨਾਂ ਨੂੰ ਆਪਾਂ ਠੀਕ ਕਰਨਾ, ਅਤੇ ਇਹਦੇ ਵਿੱਚ ਦ ਪੂਅਰਸ ਲਿਖਿਆ ਹੋਇਆ, ਐਸ ਪਾਇਆ ਹੋਇਆ ਪੂਅਰ ਦੇ ਨਾਲ। ਆਪਾਂ ਪਹਿਲਾਂ ਵੀ ਇੱਕ ਸੈਂਟੈਂਸ ਕੀਤਾ ਸੀ ਦ ਰਿਚ ਦ ਪੂਅਰ ਵਾਲਾ ਸੀਗਾ,
तो ਉਹਦੇ ਵਿੱਚ ਐਸ ਨਹੀਂ ਨਾ ਪਾਇਆ ਹੋਇਆ ਸੀਗਾ, ਇੱਥੇ ਵੀ ਨਹੀਂ ਆਪਾਂ ਪਾਣਾ, ਐਸ ਕੱਟ ਦੇਣਾ, ਬਾਕੀ ਸਾਰਾ ਠੀਕ ਹੈ। द पुअर ऑलवेज डिज़र्व मर्सी, ठीक है। नैक्सट सैकेंड वाला, द 3 फ्रेंड्स हैल्प्ड वन अनदर। हुण इत्थे वन अनदर क्यों आया? क्योंकि तुहानूं पहलां भी मैं दस्सिया सीगा प्रोनाउन वाले चैप्टर दे विच कि जे टू होवे फिर ईच अदर आंदा वा, जे टू तो वध हो गया फिर आपां वन अनदर लिखते हैं, ठीक है। इसलिए आपां इत्थे ईच कट के वन कर दिता तो ये सेंटेंस करैक्ट हो गया। नैक्सट है, शेक्सपीयर इज़ ग्रेटर दैन एनी ड्रामेटिस्ट लिखिया उन्होंने, अदर नहीं लिखिया सीगा। अदर लिखना जरूरी है, क्यों जरूरी है? क्योंकि जे आप बिना अदर पाए आप ये लाइन पढ़ते हैं तो इदा बनती है कि शेक्सपीयर किसी भी ड्रामेटिस्ट तो वधिया है ना, किसी एनी ड्रामेटिस्ट तो वधिया है। इसदा मतलब वो खुद ड्रामेटिस्ट नहीं हैगा, वो जो मर्जी काम करता पिया पर किसी ड्रामेटिस्ट नालों वधिया वा, इसदा मतलब ये बन रहा। लेकिन वो खुद हैगा वा शेक्सपीयर एक ड्रामेटिस्ट, बहुत ही फेमस है, इसलिए आप ये कहांगे कि ये खुद भी ड्रामेटिस्ट है लेकिन दूसरियां नालों वधिया वा। दूसरियां नालों जो आप लिखना है तो आप अदर यूज़ करते हैं, इसलिए आप इत्थे अदर लगाना है, फिर ये सेंटेंस करैक्ट होएगा। शेक्सपीयर इज़ ग्रेटर दैन एनी अदर ड्रामेटिस्ट, वो खुद भी ड्रामेटिस्ट है तो दूसरे किसी भी ड्रामेटिस्ट के नालों वधिया है। देयर वर नो फ्यूअर दैन 50 परसनस प्रेजेंट, मतलब 50 बंदियां तो घट नहीं आए सी, पॉजिटिव गल की गई है ना, इसलिए इत्थे आपां फ्यूअर लगा दिता। ये मैं तुहानूं पहलां भी बड़ी बारी दस चुकी हूँ कि फ्यू पॉजिटिव जो गल हो रही हो उदों आपां लगाने आ, फ्यू, फ्यूअर, फ्यूएस्ट। नैक्सट है, एवरी ऑफ द 2 फ्रेंड्स, जिथे 2 आ गया उत्थे ईच लगता वा, ये भी बड़ी बारी आपां गल कर चुके हैं। आयरन इज़ मोर यूजफुल दैन एनी अदर मैटल, कि आयरन खुद भी मैटल है, ठीक है, तो किसी भी दूसरे मैटल के नालों ज़्यादा यूजफुल है। जे आपां अदर नहीं लगाते इसदा मतलब ये बन जाता है कि आयरन जिहड़ा लोहा है वो कुछ भी होवे वो किसी भी मैटल के नालों वधिया वा, मतलब वो खुद मैटल नहीं है ना। एक क्वेश्चन अराइज होंदा फिर दिमाग दे विच, लेकिन आयरन आप भी मैटल हैगा, इसलिए वो दूसरे जिहड़े मैटल है उन्हां नालों वधिया वा, इस कैटेगरी विच आयरन बैटर आ। माई हैट इज़ सुपीरियर टू योर्स, इत्थे मोर ते दैन नूं कट के 2 लगा दिता। द 3 ब्रदर्स अंडरस्टैंड वन अनदर वैल, हुण इत्थे 3 ब्रदर्स है, ईच कट के 1 लगाता। ही इज़ द बेस्ट बॉय इन द क्लास, ये वैसे ही राइट सीगा, कोई प्रॉब्लम नहीं है, करैक्ट आ। द हायर यू गो द कूलर इट इज़, इत्थे हायर ते कूलर दोनों सैकेंड वालियां कंपैरेटिव वालियां लगानियां इत्थे डिग्रीज।